24 ਨੂੰ ਹੀ ਮੇਰੀ ਵੈਕਸੀਨ ਲੱਗੀ ਹੈ ਉਹ ਕਰੋਨੇ ਵਾਸਤੇ। ਤੇ ਅਗਲੀ ਫਲਾਈਟ ਸਭ ਤੋਂ ਅਰਲੀ ਜਿਹੜੀ ਸੀਗੀ 25 ਤਰੀਕ ਨੂੰ ਸਵੇਰੇ ਵਾਲੀ 8 ਵਜੇ ਵਾਲੀ, ਉਹਦੀ ਟਿਕਟ ਫੜ ਕੇ ਮੈਂ ਇੱਧਰ ਆਇਆ। ਤੇ ਉਹਦਾ ਕਾਰਨ ਇੱਕੋ ਹੀ ਹੈ ਜੀ ਕਿ ਜਿਹੜੇ ਇੱਥੇ ਭਰਾ ਭੈਣ ਤੇ ਬਜ਼ੁਰਗ ਬੈਠੇ ਆ 3 ਮਹੀਨਿਆਂ ਦੇ ਬੈਠੇ ਆ, ਤੇ ਉਹ ਇੱਕੋ ਹੀ ਚੀਜ਼ ਮੰਗ ਰਹੇ ਆ ਕਿ ਜਿਹੜਾ 3 ਫਾਰਮ ਬਿੱਲ ਹੈ ਉਹ ਵਾਪਸ ਲਓ। ਮੈਂ ਦੇਖੋ ਆਪ ਖੇਤੀ ਨਹੀਂ ਕੀਤੀ, ਠੀਕ ਹੈ, ਮੇਰੇ ਫਾਦਰ ਸਾਹਿਬ ਨੇ ਨਹੀਂ ਕੀਤੀ, ਗ੍ਰੈਂਡਫਾਦਰ ਨੇ ਕੀਤੀ ਸੀ, ਬਟ ਅਸੀਂ ਕਿਸਾਨ ਹੀ ਹਾਂ। ਅਸੀਂ ਭਾਵੇਂ ਇੰਜੀਨੀਅਰ ਬਣ ਜਾਈਏ, ਡਾਕਟਰ ਬਣ ਜਾਈਏ, ਸਾਇੰਟਿਸਟ ਬਣ ਜਾਈਏ, ਰਾਈਟ, ਹੈ ਅਸੀਂ ਜਾਟੀ, ਹੈ ਅਸੀਂ ਕਿਸਾਨ। ਅੱਜ ਤੱਕ ਇਕੱਲਾ ਆਇਆ, ਅਗਲੇ ਸਾਲ 10 ਹੋਰ ਲੈ ਕੇ ਆਊਂਗਾ, ਅਸੀਂ ਹਟਾਂਗੇ ਨਹੀਂ। 6 ਮਹੀਨੇ ਚੱਲਿਆ, ਜੇ ਮੇਰੀ ਛੁੱਟੀ ਫੇਰ ਆਈ ਮੈਂ ਫੇਰ ਵਾਪਸ ਆਊਂਗਾ, ਮੈਂ ਹਟਦਾ ਨਹੀਂ। ਜਿਹੜੇ ਆਸ-ਪਾਸ ਦੇ ਪਿੰਡ ਨੇ ਰਾਈਟ, ਜਿਹੜੇ ਗਰੀਬ ਲੋਕ ਨੇ ਰਾਈਟ, ਉਹ ਇੱਥੇ ਆ ਕੇ ਸਾਨੂੰ ਕਹਿ ਰਹੇ ਆ ਕਿ ਤੁਸੀਂ ਜਾਇਓ ਨਾ ਜੀ। ਮੈਂ ਆਪਦੇ ਮਾਂ ਪਿਓ ਨੂੰ ਦੱਸਿਆ ਨਹੀਂ, ਮੈਂ ਏਅਰਪੋਰਟ 'ਤੇ ਪਹੁੰਚ ਕੇ ਕਾਲ ਕਰਤੀ ਸੀ ਕਿ ਮੈਂ ਚੱਲਿਆ। ਬਾਹਰ ਜਾਓ ਉੱਥੇ ਤਾਂ ਮਤਲਬ ਬੰਦਾ ਪਾਣੀ ਨਹੀਂ ਪੁੱਛਦਾ, ਇੱਥੇ ਤੁਹਾਨੂੰ ਰੋਟੀ ਖਾਣ ਨੂੰ ਮਿਲਦੀ ਹੈ, ਇੱਥੇ ਤੁਹਾਨੂੰ ਚਾਹ ਪੁੱਛਦੇ ਆ, ਫਿਰ ਉਸ ਤੋਂ ਬਾਅਦ ਸੌਣ ਤੋਂ ਪਹਿਲਾਂ ਦੁੱਧ ਦਿੰਦੇ ਆ। ਇਹੋ ਜਿਹੇ ਲੋਕ ਕਿਤੇ ਮਿਲਦੇ ਆ ਜੀ? ਉੱਥੇ ਪ੍ਰਾਈਵੇਟਾਈਜੇਸ਼ਨ ਹੈਗੀ ਹੈ, ਲੇਕਿਨ ਉੱਥੇ ਇੰਸ਼ੋਰੈਂਸ ਹੈ ਕਿਸਾਨ ਨੂੰ ਕਿ ਉਹਦੀ ਜਿਹੜੀ ਫਸਲ ਹੈ ਉਹਦਾ ਜਿਹੜਾ ਮਿਨੀਮਮ ਪ੍ਰਾਈਸ ਹੈ ਉਹਨੂੰ ਮਿਲੂਗਾ, ਭਾਵੇਂ ਜੋ ਮਰਜ਼ੀ ਹੋ ਜੇ। ਸੋ ਉੱਥੇ ਫਾਰਮਰ ਐਕਚੁਅਲੀ ਮੌਜਾਂ ਕਰਦਾ, ਉੱਥੇ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ। ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਵੱਧਦਾ ਜਾ ਰਿਹਾ। ਖਾਸ ਗੱਲ ਹੈ, ਹਰ ਇੱਕ ਤਬਕੇ ਦਾ ਕਿਸਾਨੀ ਸੰਘਰਸ਼ ਨੂੰ ਸਾਥ ਮਿਲਦਾ ਦਿਖਾਈ ਦੇ ਰਿਹਾ, ਖਾਸ ਕਰ ਵਿਦੇਸ਼ੀ ਨੌਜਵਾਨਾਂ ਦਾ। ਤਾਂ ਅੱਜ ਤੁਹਾਨੂੰ ਇੱਕ ਅਜਿਹਾ ਹੀ ਵਿਦੇਸ਼ੀ ਨੌਜਵਾਨ ਮਿਲਾਉਣ ਜਾ ਰਹੇ ਹਾਂ ਜੋ USA ਦੇ ਵਿੱਚ ਡਾਕਟਰੀ ਦੀ ਪੜ੍ਹਾਈ ਕਰਦਾ, ਤੇ ਉਹ ਏਅਰਪੋਰਟ ਤੋਂ ਸਿੱਧਾ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਪਹੁੰਚਿਆ। ਤਾਂ ਉਹ ਨੌਜਵਾਨ ਸਾਡੇ ਨਾਲ ਨੇ, ਅਨੰਤ ਰੰਧਾਵਾ। ਅਨੰਤ ਜੀ, ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਨੂੰ, ਵੈਲਕਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਨੰਤ, ਤਕਰੀਬਨ 20-22 ਘੰਟੇ ਦਾ ਤੁਸੀਂ ਸਫ਼ਰ ਤੈਅ ਕਰਕੇ ਆਏ ਹੋ। ਬੰਦਾ ਸੋਚਦਾ ਮੈਂ ਘਰ ਜਾਵਾਂ, ਘਰ ਨੂੰ ਜਿਹੜੇ ਮੇਰਾ ਪਰਿਵਾਰ ਆ ਉਹਨਾਂ ਨੂੰ ਮਿਲਾਂ, ਪਰ ਤੁਸੀਂ ਇੱਥੇ ਸੰਘਰਸ਼ 'ਚ ਪਹੁੰਚੇ ਹੋ। ਕੀ ਕਰਨ ਰਿਹਾ ਖਾਸ? ਮੇਰੀ ਦੇਖੋ ਜੀ 24 ਤਰੀਕ ਨੂੰ ਦਸੰਬਰ ਨੂੰ ਮੇਰਾ ਪੇਪਰ ਸੀ ਲਾਸਟ, ਜਿਹੜਾ ਮੈਂ ਦੇ ਕੇ ਆਇਆ ਕੈਲੀਫੋਰਨੀਆ। 24 ਨੂੰ ਹੀ ਮੇਰੀ ਵੈਕਸੀਨ ਲੱਗੀ ਹੈ ਉਹ ਕਰੋਨੇ ਵਾਸਤੇ। ਤੇ ਅਗਲੀ ਫਲਾਈਟ ਸਭ ਤੋਂ ਅਰਲੀ ਜਿਹੜੀ ਸੀਗੀ 25 ਤਰੀਕ ਨੂੰ ਸਵੇਰੇ ਵਾਲੀ 8 ਵਜੇ ਵਾਲੀ, ਉਹਦੀ ਟਿਕਟ ਫੜ ਕੇ ਮੈਂ ਇੱਧਰ ਆਇਆ। ਤੇ ਉਹਦਾ ਕਾਰਨ ਇੱਕੋ ਹੀ ਹੈ ਜੀ ਕਿ ਜਿਹੜੇ ਇੱਥੇ ਭਰਾ ਭੈਣ ਤੇ ਬਜ਼ੁਰਗ ਬੈਠੇ ਆ 3 ਮਹੀਨਿਆਂ ਦੇ ਬੈਠੇ ਆ, ਤੇ ਉਹ ਇੱਕੋ ਹੀ ਚੀਜ਼ ਮੰਗ ਰਹੇ ਆ ਕਿ ਜਿਹੜਾ 3 ਫਾਰਮ ਬਿੱਲ ਹੈ ਉਹ ਵਾਪਸ ਲਓ। ਇਹ ਕਿੰਨੀ ਕੁ ਔਖੀ ਗੱਲ ਹੈ ਸਮਝਣੀ, ਰਾਈਟ। ਇਹ ਉੱਥੇ ਬੈਠੇ ਮੇਰੇ ਵਰਗੇ ਬੰਦੇ ਸਮਝ ਰਹੇ ਆ ਜਿਨ੍ਹਾਂ ਨੇ, ਮੈਂ ਦੇਖੋ ਆਪ ਖੇਤੀ ਨਹੀਂ ਕੀਤੀ, ਠੀਕ ਹੈ, ਮੇਰੇ ਫਾਦਰ ਸਾਹਿਬ ਨੇ ਨਹੀਂ ਕੀਤੀ, ਗ੍ਰੈਂਡਫਾਦਰ ਨੇ ਕੀਤੀ ਸੀ, ਬਟ ਅਸੀਂ ਕਿਸਾਨ ਹੀ ਹਾਂ, ਠੀਕ ਹੈ ਨਾ। ਟਿਲ ਦੀ ਡੇ ਵੀ ਡਾਏ, ਅਸੀਂ ਭਾਵੇਂ ਇੰਜੀਨੀਅਰ ਬਣ ਜਾਈਏ, ਡਾਕਟਰ ਬਣ ਜਾਈਏ, ਸਾਇੰਟਿਸਟ ਬਣ ਜਾਈਏ, ਰਾਈਟ, ਹੈ ਅਸੀਂ ਜਾਟੀ, ਹੈ ਅਸੀਂ ਕਿਸਾਨ। ਸੋ ਮੈਂ ਕਹਿੰਦਾ ਇਹ ਹਰ ਸਾਲ ਹੋ ਜੇ, ਹਰ ਸਾਲ ਆਊਂਗਾ। ਅੱਜ ਤੱਕ ਇਕੱਲਾ ਆਇਆ, ਅਗਲੇ ਸਾਲ 10 ਹੋਰ ਲੈ ਕੇ ਆਊਂਗਾ, ਅਸੀਂ ਹਟਾਂਗੇ ਨਹੀਂ। ਤਾਂ ਬਹੁਤ ਸੋਹਣੀ ਗੱਲ ਕਹੀ ਆ। ਭਾਵੇਂ ਇਹਨਾਂ ਨੇ ਖੇਤੀ ਨਹੀਂ ਕੀਤੀ, ਇਹਨਾਂ ਦੇ ਪਿਤਾ ਜੀ ਨੇ ਨਹੀਂ ਕੀਤੀ, ਦਾਦਾ ਜੀ ਨੇ ਕੀਤੀ ਹੈ ਇਹ ਕਿਸਾਨ। ਤਾਂ ਜਿਸ ਵਕਤ ਤੁਸੀਂ ਉੱਥੋਂ ਸੰਘਰਸ਼ ਵੇਖ ਰਹੇ ਸੀਗੇ, 2 ਡਿਗਰੀ ਦਾ ਟੈਂਪਰੇਚਰ ਹੋ ਚੁੱਕਿਆ, ਹੁਣ ਵੀ ਥੋੜ੍ਹਾ ਬਹੁਤ ਕਾਂਬਾ ਛਿੜ ਰਿਹਾ, ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਸੀ ਉੱਥੇ ਬੈਠੇ ਜੋ USA ਦੇ ਖਬਰਾਂ ਦੇ ਰਾਹੀਂ ਤੁਸੀਂ ਵੇਖਦੇ ਸੀ? ਉੱਥੇ ਤਾਂ ਦੇਖੋ ਜੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਸੁਣਿਆ ਸੀਗਾ ਕਿ ਕੀ ਹੋ ਰਿਹਾ, ਅਤੇ ਜਦੋਂ ਆਪਦੇ ਬਜ਼ੁਰਗ ਦੇਖੀਦੇ ਆ ਕੰਬੀ ਜਾਂਦੇ ਆ 80-80 ਸਾਲ ਦੇ, 90-90 ਸਾਲ ਦੇ, ਤਾਂ ਬੈਠੇ ਉੱਥੇ ਸੰਗ ਆਉਂਦੀ ਸੀ ਕਿ ਮੈਂ ਬੈਠਾ ਆਪਦੇ ਕਮੜੀ 'ਚ ਬੈਠਾ, ਮਤਲਬ ਖਾਣਾ ਖਾ ਰਿਹਾ, ਅਤੇ ਉੱਥੇ ਬਜ਼ੁਰਗ ਸੜਕਾਂ 'ਤੇ ਤੁਰੇ ਫਿਰਦੇ ਆ, ਕੰਬੀ ਜਾਂਦੇ ਆ, ਉਹਨਾਂ ਦਾ ਸਾਥ ਦੇਣ ਦਾ ਜੀ ਕਰਦਾ ਸੀ। ਸੋ ਹਰ ਮਾਂ ਪਿਓ ਨੂੰ ਥੋੜ੍ਹਾ ਜਿਹਾ ਡਰ ਲੱਗਦਾ ਆਪਦੇ ਮੁੰਡੇ ਦਾ। ਮੇਰਾ ਛੋਟਾ ਭਰਾ ਹੈਗਾ, ਵੱਡਾ ਮੈਂ ਆ, ਅਤੇ ਮੇਰੇ ਮਾਂ ਪਿਓ ਵੀ ਉੱਥੇ ਰਹਿੰਦੇ ਆ ਮੇਰੇ ਨਾਲ। ਉਹਨਾਂ ਨੂੰ ਮੈਂ ਬਿਨਾਂ ਦੱਸੇ ਟਿਕਟ ਬੁੱਕ ਕਰਾ ਕੇ ਏਅਰਪੋਰਟ 'ਤੇ ਪਹੁੰਚ ਕੇ ਕਾਲ ਕੀਤੀ ਹੈ ਕਿ ਮੈਂ ਚੱਲਿਆ, ਮੈਂ ਆਉਣਾ, ਮੈਂ ਥੋੜ੍ਹਾ ਜਿਹਾ ਉੱਥੇ ਦੇਖ ਦੁੱਖ ਕੇ ਆਉਣਾ। ਉੱਥੇ ਬਜ਼ੁਰਗ ਇਕੱਲੇ ਨੇ, ਅਤੇ ਜਿੰਨਾ ਮੈਥੋਂ ਸਾਥ ਦਿੱਤਾ ਜਾਊਗਾ ਮੈਂ ਦੇ ਕੇ ਆਊਂਗਾ।
ਤਾਂ ਇੱਕ ਚੀਜ਼ ਸੋਸ਼ਲ ਮੀਡੀਆ ਤੇ ਵੇਖ ਲੈਣੀ ਤਾਂ ਅੱਜ ਤੁਸੀਂ ਆਪ ਅੱਖੀ ਵੇਖ ਰਹੇ ਹੋ। ਇੱਕ ਪਾਸੇ ਬਜ਼ੁਰਗ ਵੀ ਜਿਹੜੇ ਠੰਡ 'ਚ ਬੈਠੇ ਨੇ, ਰਾਤਾਂ ਕੱਟ ਰਹੇ ਨੇ, ਇੱਕ ਪਾਸੇ ਇਹ ਵੀ ਤਸਵੀਰ ਆ ਜਿੱਥੇ ਨੌਜਵਾਨ ਜਿਹੜੇ ਨਾਲ ਖੜੇ ਆ, ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ, ਤਾਂ ਪੂਰਾ ਤਕਰੀਬਨ ਨਾਲ ਤਰੀਕੇ ਨਾਲ ਜਿਹੜਾ ਸੰਘਰਸ਼ ਚੱਲ ਰਿਹਾ, ਇਸ ਨੂੰ ਵੇਖ ਕੇ ਕਿਵੇਂ ਲੱਗਿਆ? ਜਿੰਨਾ ਸੋਚਿਆ ਸੀ ਉਹ ਤੋਂ ਕਈ ਗੁਣਾ ਜ਼ਿਆਦਾ ਇੱਥੇ ਸੰਘਰਸ਼ ਹੈ। ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਮੈਂ ਮੈਡੀਕਲ ਕੈਂਪ ਦੇਖਣ ਆਇਆ ਸੀ, ਮੈਨੂੰ ਆਇਆ ਸੀ ਕਿ ਮੈਨੂੰ ਜਿੰਨਾ ਕੁ ਆਉਂਦਾ ਮੈਂ ਜਿਹਦੇ ਮਰਮ ਪੱਟੀ ਕਰ ਸਕਦਾ ਮੈਂ ਉਹ ਕਰਕੇ 3-4 ਦਿਨ ਲਾ ਕੇ ਮੁੜ ਆਊਂਗਾ। ਉੱਥੇ ਡਾਕਟਰ ਜਿਹੜੇ ਬੈਠੇ ਆ ਉਹ ਕਹੀ ਜਾਂਦੇ ਆ ਕਿ ਜਿਹੜੀ ਸਪਲਾਈ ਸਾਨੂੰ ਇੱਥੇ ਮਿਲੀਆਂ ਹੋਈਆਂ ਉਹ ਮੈਡੀਕਲ ਕਲੀਨਿਕਸ ਨਹੀਂ ਮਿਲਦੀਆਂ ਦਿੱਲੀ 'ਚ, ਜਿਹੜੀਆਂ ਗਵਰਨਮੈਂਟ ਰਨ ਕਲੀਨਿਕਸ ਨੇ ਰਾਈਟ, ਦੇ ਆਰ ਅੰਡਰ ਫੰਡਡ ਐਂਡ ਦੀ ਮੈਡੀਕਲ ਕੈਂਪਸ ਓਵਰ ਹੇਅਰ ਆਰ ਵੈਲ ਫੰਡਡ। ਤੁਸੀਂ ਆਹ ਦੇਖ ਲਓ ਕਿ ਸਰਦਾਰਾਂ ਦਾ ਇੱਥੇ ਕਿੰਨੀ ਚੜ੍ਹਤ ਹੈ, ਕਿੰਨਾ ਲੋਕਾਂ ਨੇ ਪੈਸੇ ਭੇਜੇ ਆ ਬਾਹਰੋਂ ਵੀ ਇੱਥੋਂ ਵੀ, ਤੇ ਜਿਹੜੇ ਸਾਡੇ ਮੈਡੀਕਲ ਕੈਂਪ ਹੈ ਉਹ ਸਗੋਂ ਦਿੱਲੀ ਸਰਕਾਰ ਤੋਂ ਬੈਟਰ ਨੇ, ਠੀਕ ਹੈ ਨਾ। ਦੂਜੀ ਗੱਲ, ਜੋ ਇੱਥੇ ਲੰਗਰ ਵੰਡ ਰਿਹਾ ਰਾਈਟ, ਜਿਹੜੇ ਆਸ-ਪਾਸ ਦੇ ਪਿੰਡ ਨੇ ਰਾਈਟ, ਜਿਹੜੇ ਗਰੀਬ ਲੋਕ ਨੇ ਰਾਈਟ, ਉਹ ਇੱਥੇ ਆ ਕੇ ਸਾਨੂੰ ਕਹਿ ਰਹੇ ਆ ਕਿ ਤੁਸੀਂ ਜਾਇਓ ਨਾ ਜੀ, ਇੱਥੇ ਹੀ ਰਹਿ ਜਾਓ ਰਾਈਟ। ਮਤਲਬ ਤੁਸੀਂ ਦੇਖੋ ਨਾ ਜੀ, ਹੁਣ ਅਸੀਂ ਤਾਂ ਇੱਥੇ ਸਾਡੇ ਹੱਕ ਵਾਸਤੇ ਲੜਨ ਆਏ ਆ ਰਾਈਟ, ਨਾਲ ਬਾਕੀਆਂ ਦੀ ਮੌਜਾਂ ਕਰਾ ਰਹੇ ਆ, ਠੀਕ ਹੈ, ਤੇ ਨਾਲ ਇਕਨੋਮੀ ਬੂਸਟ ਕਰ ਰਹੇ ਆ। ਕਿੰਨੇ ਲੱਖੋਂ ਲੋਕ ਆਏ ਹੋਏ ਆ ਰਾਈਟ, ਉਹਨਾਂ ਨੇ ਕੱਪੜਾ ਲੈਣਾ ਹੈ, ਜੁੱਤਾ ਲੈਣਾ ਹੈ, ਪਾਣੀ ਲੈਣਾ ਹੈ ਰਾਈਟ। ਕਈ ਥਾਵਾਂ ਤੋਂ ਇੱਥੇ ਸ਼ੌਪਕੀਪਰ ਹੈ ਜਿਹੜੇ, ਉਹ ਆਪਦੀਆਂ ਚੀਜ਼ਾਂ ਲੈ ਕੇ ਇੱਥੇ ਵੰਡੀ ਜਾਂਦੇ ਆ, ਇੱਥੇ ਵੇਚੀ ਜਾਂਦੇ ਆ, ਉਹਨਾਂ ਦਾ ਭਲਾ ਕਰੀ ਜਾਂਦੇ ਆ ਰਾਈਟ। ਸਾਰੇ ਕਿਹਦਾ ਭਲਾ ਕਰ ਰਹੇ ਆ ਰਾਈਟ, ਸਾਡਾ ਭਲਾ ਹੋ ਨਹੀਂ ਰਿਹਾ। ਤੇ ਅਸੀਂ ਇੱਕੋ ਹੀ ਚੀਜ਼ ਚਾਹੁੰਦੇ ਆ ਕਿ ਜਿਹੜੇ 3 ਫਾਰਮ ਬਿੱਲ ਹੈ ਉਹ ਵਾਪਸ ਲਓ ਬਸ। ਤਾਂ ਇੰਡੀਆ 'ਚ ਕਹਿ ਸਕਦੇ ਆ ਪੂਰੀ ਤਰ੍ਹਾਂ ਪ੍ਰੋਟੈਸਟ ਜ਼ੋਰਾਂ ਤੇ ਆ। ਹਾਲਾਂਕਿ ਕੈਨੇਡਾ, ਅਮਰੀਕਾ, USA ਦੀ ਗੱਲ ਕੀਤੀ ਜਾਵੇ, ਪ੍ਰੋਟੈਸਟ ਚੱਲ ਰਿਹਾ। ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਉੱਥੇ ਹੁਣ ਕਿਸ ਪੱਧਰ ਦਾ ਪ੍ਰੋਟੈਸਟ ਚੱਲ ਰਿਹਾ ਕਿਸਾਨਾਂ ਨੂੰ ਲੈ ਕੇ? ਉੱਥੇ ਵੈਸਟ ਕੋਸਟ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਆਟਲ ਮੇਰਾ ਇੱਕ ਬ੍ਰਦਰ ਵੀ ਹੈਗਾ, ਪੁਨਰਦੀਪ ਸੰਧੂ, ਉਹ ਆਪਦੀ ਫਰਾਰੀ 'ਚ ਇੱਥੋਂ ਮਿਹਨਤ ਕੀਤੀ, ਉੱਥੇ ਗਏ, ਉੱਥੇ ਪੈਸੇ ਕਮਾਏ, ਉੱਥੇ ਫਰਾਰੀ ਲਿੱਤੀ ਰਾਈਟ, ਫਿਰ ਵੀ ਉਹ ਗੱਡੀ ਲੈ ਕੇ ਮੋਰਚੇ 'ਤੇ ਗਏ ਸੀ ਕਿ ਮੈਂ ਕਿਸਾਨ ਦਾ ਮੁੰਡਾ, ਸਾਡਾ ਹੱਕ ਰੱਖੋ ਇੱਥੇ। ਸਿਆਟਲ ਤੋਂ ਥੱਲੇ ਆ ਕੇ ਸੈਨ ਫਰਾਂਸਿਸਕੋ ਤੋਂ ਸੈਂਟਰਲ ਵੈਲੀ, ਉੱਥੋਂ ਲਾਸ ਐਂਜਲਸ, ਟੈਕਸਸ, ਫਿਲਾਡੈਲਫੀਆ, ਨਿਊਯਾਰਕ, ਬੋਸਟਨ, ਮੈਂ ਕਿੰਨੇ ਸ਼ਹਿਰ ਗਿਣਾ ਤੁਹਾਨੂੰ। ਸਾਰੇ ਪੰਜਾਬੀ ਜਿੱਥੇ ਵੀ ਹੈ ਰੌਲਾ ਪਾ ਰਹੇ ਆ, ਸਭ ਨੂੰ ਇਸ ਗੱਲ ਦੀ ਸਮਝ ਹੈ, ਬਸ ਮੋਦੀ ਸਰਕਾਰ ਨੂੰ ਸਮਝ ਨਹੀਂ ਹੈ। ਤਾਂ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਠਹਿਰਨ ਦੀ, ਹਾਲਾਂਕਿ ਤੁਸੀਂ ਸਿੱਧਾ ਦੱਸਿਆ ਜਿਵੇਂ ਕਿ 에ਅਰਪੋਰਟ ਤੋਂ ਇੱਥੇ ਆਏ ਹੋ, ਕੋਈ ਤੁਹਾਡਾ ਇੱਥੇ ਨੋਨ ਸੀਗਾ, ਉਹਨਾਂ ਕੋਲ ਰੁਕੇ ਹੋ, ਜਾਂ ਫਿਰ ਕੋਈ ਵੈਸੇ ਤੁਹਾਨੂੰ ਜਿਵੇਂ ਇਸ ਵਕਤ ਤੁਸੀਂ ਜਿੱਥੇ ਖੜੇ ਹੋ ਪਿਲਰ ਨੰਬਰ 283 ਤੇ, ਕੋਈ ਇੱਥੇ ਨੋਨ ਸੀਗਾ ਤੇ ਜਾਂ ਵੈਸੇ ਤੁਹਾਨੂੰ ਮਿਲ ਗਏ ਇੱਥੇ? ਮੈਂ ਦੇਖੋ ਜੀ, ਜਿਵੇਂ ਤੁਹਾਨੂੰ ਦੱਸਿਆ, ਮੈਂ ਆਪਦੇ ਮਾਂ ਪਿਓ ਨੂੰ ਦੱਸਿਆ ਨਹੀਂ। ਮੈਂ 에ਅਰਪੋਰਟ 'ਤੇ ਪਹੁੰਚ ਕੇ ਕਾਲ ਕਰਤੀ ਸੀ ਕਿ ਮੈਂ ਚੱਲਿਆ। ਇੱਥੇ ਉਤਰਿਆ ਤਾਂ 에ਅਰਪੋਰਟ 'ਤੇ ਡਰਾਈਵਰ ਕਰ ਲਿਆ। ਡਰਾਈਵਰ ਨੂੰ ਮੈਂ ਕਿਹਾ ਕਿ ਯਾਰ ਟਿਕਰੀ ਬਾਰਡਰ ਚੱਲ, ਮੈਨੂੰ ਸੁਣਿਆ ਸੀ ਮੈਂ ਸਿੰਘੂ ਤੇ ਟਿਕਰੀ ਦਾ ਤੇ ਇੱਥੇ ਲੱਗਿਆ ਜ਼ਿਆਦਾ ਲੋੜ ਹੈ, ਸੋ ਮੈਂ ਇੱਧਰ ਆ ਗਿਆ। ਤੇ ਥੋੜ੍ਹਾ ਬਹੁਤ ਪੁੱਛਿਆ, ਇੱਥੇ ਸਾਰੇ ਹੈਲਪਫੁਲ ਬਹੁਤ ਨੇ। ਮੈਂ ਥੋੜ੍ਹਾ ਪੁੱਛਿਆ ਕਿ ਮੈਡੀਕਲ ਕੈਂਪ ਕਿੱਥੇ ਹੈ, ਸੋ ਖਾਲਸੇ ਡਾਲਾਂ ਦਾ ਕੈਂਪ ਦੱਸਿਆ ਇਹਨਾਂ ਨੇ, ਜਿਹੜਾ HP ਵਾਲੇ ਪੰਪ 'ਤੇ ਲੱਗਿਆ ਹੋਇਆ। ਉੱਥੇ ਚਲਾ ਗਿਆ, ਉੱਥੇ ਡਾਕਟਰ ਸਾਹਿਬ ਮਿਲ ਗਏ, ਇੱਕ ਕਾਰਡੀਓਲੋਜਿਸਟ ਨੇ ਨਿਊ ਜਰਸੀ ਤੋਂ, ਉਹਨਾਂ ਨੇ ਵੀ ਆਪਦਾ 5 ਰਿਵਰਸ ਕੈਂਪ ਸ਼ੁਰੂ ਕੀਤਾ ਹੋਇਆ। ਤੇ ਤੁਰਦਾ ਮੈਂ ਲੱਸੀ ਪੀਤੀ। ਮੈਂ ਇੱਧਰ ਮੈਂ ਜਿੰਨਾ ਰੱਜਿਆ ਮੈਂ ਇੱਥੇ ਆਇਆ, ਮੈਂ ਉਹਨਾਂ ਰੱਜਿਆ ਮੈਂ ਉੱਥੇ ਨਹੀਂ ਹੁੰਦਾ। ਖਾਧਾ ਪੀਤਾ ਇੱਥੇ ਆਇਆ, ਤੇ ਇੱਥੇ ਆਪਣੇ ਰੋਬਨ ਬਰਾੜ ਜੀ ਸੀਗੇ, ਤੇ ਮੈਂ ਐਵੇਂ ਪੁੱਛ ਲਿਆ, ਮੈਂ ਇੱਥੇ ਟੈਂਟ ਦੇਖਿਆ, ਮੈਂ ਕਿਹਾ ਵਧੀਆ ਲੱਗਦੇ ਆ, ਸੋ ਮੈਂ ਪੁੱਛ ਲਿਆ, ਮੈਂ ਕਿਹਾ ਇੱਥੇ ਕਿਵੇਂ ਸਾਊਂਡਸ ਹੁੰਦਾ, ਕਿਵੇਂ ਇੰਤਜ਼ਾਮ ਹੈ? ਤੇ ਉਹ ਮੈਨੂੰ ਪੁੱਛਣਾ ਕਿ ਤੁਸੀਂ ਤੁਹਾਡੇ ਕੋਲ ਹੈਗਾ, ਕਿੱਥੋਂ ਆਏ ਹੋ ਤੁਸੀਂ, ਕੀ ਮੈਂ ਕਿਹਾ ਮੈਂ ਯਾਰ ਮੇਰੇ ਕੋਲ ਗੱਡੀ ਗੁੱਡੀ ਹੈ ਨਹੀਂ, ਮੈਂ ਤੁਰ ਪਿਆ, ਮੈਨੂੰ ਸਾਊਂਡ ਦੀ ਜਗ੍ਹਾ ਚਾਹੀਦੀ ਹੈ। ਤੇ ਉਹਨਾਂ ਨੇ ਮਿੰਟ ਲਾਇਆ ਤੇ ਕਹਿੰਦੇ ਇੱਧਰ ਆ ਜਾਓ, ਸਾਡੇ ਕੋਲ ਜਗ੍ਹਾ ਹੈਗੀ ਆ। ਸੋ ਇਹੋ ਜਿਹੀ ਤਾਂ ਨਜ਼ਦੀਕੀ ਹੈਗੀ ਹੈ ਜੀ ਸਿੰਘਾਂ ਦੀ, ਇਹੋ ਜਿਹੀ ਨਜ਼ਦੀਕੀ ਹੈ ਪੰਜਾਬੀਆਂ ਦੀ। ਤੇ ਉੱਥੇ ਤੁਸੀਂ ਬਾਹਰ ਜਾਓ, ਉੱਥੇ ਤਾਂ ਮਤਲਬ ਬੰਦਾ ਪਾਣੀ ਨਹੀਂ ਪੁੱਛਦਾ, ਇੱਥੇ ਤੁਹਾਨੂੰ ਰੋਟੀ ਖਾਣ ਨੂੰ ਮਿਲਦੀ ਹੈ, ਇੱਥੇ ਤੁਹਾਨੂੰ ਚਾਹ ਪੁੱਛਦੇ ਆ, ਫਿਰ ਉਸ ਤੋਂ ਬਾਅਦ ਸੌਣ ਤੋਂ ਪਹਿਲਾਂ ਦੁੱਧ ਦਿੰਦੇ ਆ। ਇਹੋ ਜਿਹੇ ਲੋਕ ਕਿਤੇ ਮਿਲਦੇ ਆ ਜੀ, ਤੇ ਤੁਸੀਂ ਇਹੋ ਜਿਹੇ ਲੋਕਾਂ ਨਾਲ ਮਤਲਬ ਇਹੋ ਜਿਹਾ
ਇਹੋ ਜਿਹਾ ਵਰਤਾਵ ਕਰਦੇ ਹੋ, ਗਲਤ ਹੈ। ਮਤਲਬ ਪੰਜਾਬੀਆਂ ਨੇ ਜਿਹੜੀ ਆ ਕਹਿ ਸਕਦੇ ਆ ਜਿਹੜਾ ਸੰਘਰਸ਼ ਕਰ ਰਹੇ ਉਹਨਾਂ ਨੇ ਆਪਣੀ ਖੁੱਲ੍ਹ ਦਿਲੀ ਵਿਖਾਈ ਆ ਵੀ ਕਿੱਡਾ ਵੱਡਾ ਦਿਲ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਾਣਦੇ ਵੀ ਨਹੀਂ ਸੀਗੇ, ਉਸ ਦੇ ਬਾਵਜੂਦ ਤੁਸੀਂ ਅੱਜ ਇੱਥੇ ਰਹਿ ਰਹੇ ਹੋ। ਹਾਲਾਂਕਿ ਤੁਸੀਂ ਘਰਦਿਆਂ ਨੂੰ ਵੀ 에ਅਰਪੋਰਟ ਤੇ ਆ ਕੇ ਦੱਸਿਆ। ਤਾਂ ਅਮਰੀਕਾ ਦਾ ਸਿਸਟਮ ਜਾਣਨਾ ਚਾਹਾਂਗੇ, ਅਮਰੀਕਾ ਦੇ ਵਿੱਚ USA ਦੇ ਵਿੱਚ ਕਿਸ ਤਰ੍ਹਾਂ ਦਾ ਐਗਰੀਕਲਚਰ ਦਾ ਸਿਸਟਮ ਆ, ਕਿਉਂਕਿ ਇਹ ਕਿਹਾ ਜਾਂਦਾ ਵੀ ਉੱਥੇ ਵੀ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਨੇ। ਕੀ ਵਾਕਈ ਇਹ ਕਾਨੂੰਨ ਉੱਥੇ ਲਾਗੂ ਨੇ? ਤਾਂ ਉੱਥੋਂ ਦੀ ਐਗਰੀਕਲਚਰ ਸਿਸਟਮ ਕੀ ਆ ਉਹ ਸਮਝਣਾ ਚਾਹਾਂਗੇ। ਹਾਂਜੀ, ਉੱਥੇ ਜਿਵੇਂ ਇੱਥੇ ਕਹਿੰਦਾ ਜੀ ਕਿ ਕਿਸਾਨ ਰੱਬ ਵਰਗਾ ਹੈ, ਇੱਥੇ ਤਾਂ ਕਹਿੰਦੀ ਹੈ ਜੀ, ਉੱਥੇ ਮੰਨਦੇ ਆ ਕਿਉਂਕਿ ਉਹਨੂੰ ਪਤਾ ਹੈ ਇਸ ਗੱਲ ਦਾ ਕਿ ਕਿਸਾਨ ਰੱਬ ਹੈਗਾ। ਉੱਥੇ ਫ੍ਰੀ ਮਾਰਕੀਟ ਹੈਗੀ ਹੈ। ਉੱਥੇ ਜਿਵੇਂ ਇਹਨਾਂ ਨੇ ਲਾਅ ਪਾਸ ਕੀਤਾ ਹੈ ਕਿ ਫ੍ਰੀ ਮਾਰਕੀਟ ਕਰ ਦਿਓ ਤੇ ਪ੍ਰਾਈਵੇਟਾਈਜੇਸ਼ਨ ਕਰ ਦਿਓ, ਉੱਥੇ ਪ੍ਰਾਈਵੇਟਾਈਜੇਸ਼ਨ ਹੈਗੀ ਹੈ। ਲੇਕਿਨ ਉੱਥੇ ਇੰਸ਼ੋਰੈਂਸ ਹੈ ਕਿਸਾਨ ਨੂੰ ਕਿ ਉਹਦੀ ਜਿਹੜੀ ਫਸਲ ਹੈ ਉਹਦਾ ਜਿਹੜਾ ਮਿਨੀਮਮ ਪ੍ਰਾਈਸ ਹੈ ਉਹਨੂੰ ਮਿਲੂਗਾ ਭਾਵੇਂ ਜੋ ਮਰਜ਼ੀ ਹੋ ਜੇ। ਸੋ ਉੱਥੇ ਫਾਰਮਰ ਐਕਚੁਅਲੀ ਮੌਜਾਂ ਕਰਦਾ। ਉੱਥੇ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਕਿ ਜੇ ਮਤਲਬ ਮੈਂ ਆਪਦੀ ਫਸਲ ਜੇ ਮੈਨੂੰ ਖਰਚਾ 1000 ਦਾ ਪਿਆ ਤਾਂ ਮੈਂ 800 'ਚ ਨਹੀਂ ਵੇਚ ਕੇ ਆਊਂਗਾ। ਉਹਨੂੰ ਜੇ ਉੱਥੇ 1200 ਦੀ ਮਿਨੀਮਮ ਪ੍ਰਾਈਸ ਇੰਸ਼ੋਰ ਹੋਈ ਵੀ ਹੈ ਉਹਨੂੰ ਮਿਲੂਗੀ। ਐਂਡ ਦੈਟ ਇਜ਼ ਦੀ ਓਨਲੀ ਵੇ ਦਿਸ ਕੈਨ ਵਰਕ, ਦੇਰ ਇਜ਼ ਨੋ ਅਦਰ ਵੇ। ਇੰਸ਼ੋਰੈਂਸ ਮਿਲਣੀ ਹੀ ਚਾਹੀਦੀ ਹੈ। ਇੰਸ਼ੋਰੈਂਸ ਦੇ ਬਗੈਰ ਕੰਮ ਨਹੀਂ ਚੱਲ ਸਕਦਾ। ਬਿਲਕੁਲ। ਤਾਂ ਕਿਸਾਨ ਵੀ ਇੱਥੇ ਇਹੀ ਮੰਗ ਰਹੇ ਨੇ ਵੀ ਸਾਡੀ ਜਿਹੜੀ ਫਸਲ ਆ ਉਸ ਦੀ ਖਰੀਦ ਆ ਜਿਹੜੀ ਉਹ ਯਕੀਨੀ ਬਣਾਈ ਜਾਵੇ। ਤਾਂ ਸਬਸਿਡੀ ਨੂੰ ਕਿਹਾ ਜਾਂਦਾ, ਅਕਸਰ ਇਹ ਵੀ ਚੀਜ਼ ਸੁਣਨ ਨੂੰ ਮਿਲਦੀ ਹੈ ਕਿ USA ਦਾ ਕਿਸਾਨ ਤਾਂ ਉਹ ਸਰਵਾਈਵ ਕਰ ਰਿਹਾ ਕਿਉਂਕਿ ਉੱਥੇ 50 ਤੋਂ 60% ਸਬਸਿਡੀ ਮਿਲ ਰਹੀ ਆ। ਤੇ ਜੇਕਰ ਇੰਡੀਆ ਦੀ ਗੱਲ ਕੀਤੀ ਜਾਵੇ, ਹਾਲਾਂਕਿ ਇੱਥੇ MSP ਹੈ, ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸਬਸਿਡੀ ਵੀ ਖਤਮ ਕਰ ਦਿੱਤੀ ਜਾਂਦੀ ਆ ਤਾਂ ਜੋ ਕਿਸਾਨ ਨੇ ਉਹ ਸੜਕਾਂ ਤੇ ਆਜੂ। ਇਹ ਸੜਕਾਂ ਵਾਲੀ ਗੱਲ ਤਾਂ ਤੁਸੀਂ ਦੇਖੋ ਆਲਰੇਡੀ ਹੋ ਚੁੱਕੀ ਹੈ ਦੂਜੇ ਸਟੇਟਸ 'ਚ। ਪੰਜਾਬ ਹਰਿਆਣਾ ਵਰਗੇ ਸਟੇਟ ਹਜੇ ਬਚੇ ਹੋਏ ਨੇ ਅਤੇ ਸਾਡੇ ਲੋਕ ਹੈ ਹੀ ਸ਼ੇਰ ਵਰਗੇ ਕਿ ਜਦੋਂ ਸਾਡੀ ਜ਼ਮੀਨਾਂ 'ਤੇ ਕੋਈ ਅੱਖ ਰੱਖਦਾ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਕੀ ਹੁੰਦਾ। ਸੋ ਇਹ ਤਾਂ ਨਹੀਂ ਹੋਣਾ, ਇਹੋ ਜਿਹਾ ਕੁਛ ਤਾਂ ਚੱਲਣਾ ਨਹੀਂ। MSP ਦੀ ਲੋੜ ਹੈਗੀ ਹੈ, ਉਹਦੇ ਬਾਵਜੂਦ ਵੀ ਇਹਨਾਂ ਨੇ ਇਹ ਤਾਂ ਕਹਿਤਾ ਕਿ 3 ਫਾਰਮ ਬਿਲਸ ਹੈਗੇ ਆ, ਅਸੀਂ ਅਮੈਂਡਮੈਂਟ ਪਾਸ ਕਰ ਦਿੰਦੇ ਹਾਂ, ਨਲਿਫਾਈ ਹੋ ਜਾਣਗੇ। ਤੁਸੀਂ ਯਾਰ ਅਮੈਂਡਮੈਂਟ ਕਿਉਂ ਪਾਸ ਕਰੀ ਜਾਂਦੇ ਹੋ? ਜਿਹੜੇ ਤੁਸੀਂ ਬਿੱਲ ਪਾਸ ਕੀਤੇ ਆ ਉਹਨੂੰ ਵਾਪਸ ਲੈ ਲਓ। ਖਾਂ ਤੁਹਾਡੀ ਸ਼ਾਨ ਦੇ ਖਿਲਾਫ ਹੈ ਉਹ, ਕੀ ਵੱਡੀ ਗੱਲ ਹੈ? ਜੇ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਅਸੀਂ ਅਮੈਂਡਮੈਂਟ ਪਾਸ ਕਰਕੇ ਨਲਿਫਾਈ ਕਰ ਦਿੰਦੇ ਹਾਂ, ਰਾਈਟ, ਤੁਸੀਂ ਕਾਂਟਾ ਮਾਰ ਦਿਓ ਉੱਤੇ, ਉਹਨੂੰ ਰੇਸ ਕਰ ਦਿਓ। ਹੋਰ ਉਹਦੇ 'ਤੇ ਕਿਉਂ ਕਰੀ ਜਾਂਦੇ ਹੋ? ਇਹ ਮੈਨੂੰ ਪੰਜਾਬੀ ਦਾ ਲਫ਼ਜ਼ ਤਾਂ ਆਉਂਦਾ ਨਹੀਂ, ਉਹ ਕਲੇ ਹੁੰਦੀ ਹੈ ਨਾ, ਕਲੇ ਜਿਹਦੇ ਨਾਲ ਜਵਾਕ ਖੇਡਦੇ ਆ, ਉਹਦੇ ਨਾਲ ਕਦੇ ਘੋੜਾ ਬਣ ਸਕਦਾ ਹੈ, ਕਦੇ ਹਾਥੀ ਬਣ ਸਕਦਾ ਹੈ। ਇਹ ਇੰਡੀਅਨ ਲਾਅ ਹੈ ਜਿਹੜਾ, ਦੀ ਇੰਡੀਅਨ ਲਾਅ ਇਜ਼ ਲਾਈਕ ਕਲੇ, ਰਾਈਟ। ਤੁਸੀਂ ਬਣਾਉਂਦੇ ਘੋੜਾ ਹੋ, ਉਹ ਇੱਕ ਦਿਨ ਬਾਅਦ ਕੌਮਾ ਲਾ ਕੇ ਜਿਰਾਫ ਬਣ ਜਾਂਦਾ, ਇੱਕ ਸੈਂਟੈਂਸ ਹੋਰ ਐਡ ਕਰਕੇ ਹਾਥੀ ਬਣ ਜਾਂਦਾ। ਸੋ ਇਹਨਾਂ ਦਾ ਕੋਈ ਯਕੀਨ ਹੈ ਜੀ ਕਿ ਜੋ ਇਹ ਕਹਿਣਗੇ ਅਸੀਂ ਮੰਨ ਲਾਂਗੇ? ਤਾਂ ਆਪਣੇ ਆਪ ਦੇ ਵਿੱਚ ਇਹ ਵੱਡੀ ਨਿਸ਼ਾਨੀ ਹੈ, ਜਾਗਰੂਕ ਇਨਸਾਨ ਦੀ ਨਿਸ਼ਾਨੀ ਹੈ। ਕਿਉਂਕਿ ਪੰਜਾਬ ਦਾ ਜੋ ਕਿਸਾਨ ਇੱਥੇ ਬੈਠਾ, ਚਾਹੇ ਕਿਸੇ ਵੀ ਸੂਬੇ ਦਾ, ਉਹ ਤਾਂ ਇਹਨਾਂ ਕਾਨੂੰਨਾਂ ਬਾਰੇ ਅਵੇਅਰ ਹੈ, ਪਰ ਜੋ ਵਿਦੇਸ਼ਾਂ 'ਚ ਬੈਠੇ ਆ ਉਹ ਵੀ ਪੂਰੀ ਤਰ੍ਹਾਂ ਅਵੇਅਰ ਆ। ਉਹਨਾਂ ਨੂੰ ਪਤਾ ਵੀ ਕਿਸਾਨਾਂ ਦੀ ਮੰਗ ਕੀ ਆ। ਅਨੰਤ ਜੀ, ਅਸੀਂ ਤੁਹਾਡੇ ਹੁਣ ਥੋੜ੍ਹਾ ਪ੍ਰੋਫੈਸ਼ਨ ਬਾਰੇ, ਸਟੱਡੀ ਬਾਰੇ ਵੀ ਜਾਣਨਾ ਚਾਹਾਂਗੇ, ਕਿਉਂਕਿ ਸਵਾਬਰ ਨਾਲ ਟੱਕਰਿਓ। ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਉਹ ਵਿਦੇਸ਼ਾਂ ਵੱਲ ਜਾਂਦੀ ਆ, ਸਟੱਡੀ ਕਰਨ ਦੇ ਲਈ ਜਾਂਦੀ ਆ, ਆਪਣਾ ਫਿਊਚਰ ਸੈੱਟ ਕਰਨ ਦੇ ਲਈ ਜਾਂਦੀ ਆ। ਤੁਹਾਡੀ ਜਿਹੜੀ ਸਟੱਡੀ ਆ ਡਾਕਟਰੀ ਦੀ, ਉਸ ਬਾਰੇ ਦੱਸੋ ਵੀ ਆਖਿਰਕਾਰ ਜੇ ਕਿਸੇ ਵਿਅਕਤੀ ਨੇ ਉਸ ਸਟੱਡੀ 'ਚ ਆਉਣਾ ਤਾਂ ਉਹਦੇ ਲਈ ਕੀ ਰਾਹ ਅਪਣਾਇਆ ਜਾ ਸਕਦਾ? ਮੈਨੂੰ 12 ਸਾਲ ਹੋ ਗਏ ਜੀ ਹੁਣ ਗਏ ਨੂੰ। ਮੈਂ 28 ਸਾਲ ਦਾ, ਮੈਂ 16 ਸਾਲ ਦਾ ਗਿਆ ਸੀ ਇੱਥੋਂ। ਅਤੇ ਪਹਿਲਾਂ 4-5 ਸਾਲ ਕਾਲਜ ਕਰਨਾ ਪੈਂਦਾ, ਤੁਹਾਡੀ BSc ਹੋ ਗਈ, ਬੈਚਲਰ ਹੋ ਗਈ। ਫਿਰ ਤੁਹਾਨੂੰ ਜੇ ਤੁਸੀਂ ਅਪਲਾਈ ਕਰਦੇ ਹੋ ਅਤੇ ਤੁਸੀਂ ਸਫਲ ਨਹੀਂ ਹੁੰਦੇ, ਫਿਰ ਤੁਹਾਨੂੰ ਮਾਸਟਰਸ ਕਰਨੀ ਪੈਂਦੀ ਹੈ। ਫਿਰ ਤੁਸੀਂ ਜਾ ਕੇ MD 'ਚ ਵੜਦੇ ਹੋ। ਹੁਣ ਮੈਂ MD ਕਰ ਰਿਹਾ ਆਪਦੀ, ਅਤੇ ਮੈਂ ਬਸ 12 ਸਾਲ ਦਾ ਪੜ੍ਹੀ ਜਾਂਦਾ, ਅਤੇ ਬਹੁਤ ਲੰਬਾ ਸਫ਼ਰ ਹੈ। ਇਸ ਤੋਂ ਬਾਅਦ 6 ਸਾਲ ਹੋਰ ਹੈ ਮੇਰੇ। ਮੈਂ ਸਰਜਰੀਜ਼ ਜਾਣਾ ਚਾਹੁੰਦਾ। ਇੱਕ ਗੱਲ ਪੱਕੀ ਹੈ, ਜਿਹੋ ਜਿਹਾ ਜੋਸ਼ ਲੈ ਕੇ ਅਸੀਂ ਪੈਦਾ ਹੁੰਦੇ ਹਾਂ, ਜਿਹੜੇ ਜੱਟਾਂ ਦੇ ਜਵਾਕ ਨੇ, ਉਹ ਕਹਿੰਦੇ ਨੇ ਜੱਟ ਜੰਮਣਾ ਹੀ ਪੈਂਦਾ। ਉਹ ਗੱਲ ਸੱਚ ਹੈ, ਕਿਉਂਕਿ ਇੱਥੋਂ 16 ਸਾਲ ਦੀ ਉਮਰ 'ਚ ਉੱਥੇ ਜਾ ਕੇ ਪੰਪ 'ਤੇ ਕੰਮ ਕਰਕੇ, ਗੈਸ ਸਟੇਸ਼ਨ 'ਤੇ ਕੰਮ ਕਰਕੇ, ਲਿਕਰ ਸਟੋਰ 'ਤੇ ਕੰਮ ਕਰਕੇ, ਵੇਚ ਕੇ, ਟਰੈਕਟਰ ਚਲਾ ਕੇ, ਟਰੱਕ ਚਲਾ ਕੇ,
ਫਿਰ ਵੀ ਡਾਕਟਰ ਬਣ ਜਾਣਾ, ਇਹ ਜੱਟਾਂ ਦਾ ਹੁਨਰ ਹੀ ਹੈ ਜੀ। ਬਹੁਤ ਹੈਗੇ ਆ ਹੋਰ ਇੰਡੀਅਨ ਲੋਕ ਜਿਹੜੇ ਜਾਂਦੇ ਆ, ਰਾਈਟ, ਬਹੁਤ ਸਪੋਰਟ ਹੁੰਦੀ ਹੈ, ਬਟ ਜਿਹੜੀ ਜਾਨ ਆਪਣੇ ਮੁੰਡਿਆਂ 'ਚ ਹੈ ਜੀ, ਉਹ ਵੱਖਰੀ ਹੈ। ਬਿਲਕੁਲ ਬਿਜ਼ਨਸ ਚਲਾ ਲਏ, ਰਾਜਨੀਤਿਕ ਪਹੁੰਚ ਗਏ ਵਿਦੇਸ਼ਾਂ ਦੇ ਹਰ ਇੱਕ ਥਾਂ ਤੇ ਜਿਹੜੇ ਪੰਜਾਬੀ ਆ ਉਹ ਪਹੁੰਚ ਚੁੱਕੇ ਆ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਵੀ ਜਿਹੜੇ ਲੋਕ ਆ ਉੱਜੜ ਜੋ, ਮੈਨੂੰ ਲੱਗਦਾ ਅੱਜ ਉਹ ਵੀ ਫਿਲਾਸਫੀ ਕੰਮ ਕਰ ਰਹੀ ਆ ਵੀ ਜਿਹੜੇ ਲੋਕ ਉੱਜੜੇ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ, ਅੱਜ ਉਹ ਵੀ ਉਹਨਾਂ ਦੇ ਡਟੇ ਹੋਇਆ। ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਉਹ ਵੀ ਪੂਰਾ ਦਬਾਅ ਹੈਗਾ। ਤਾਂ ਅਖੀਰ ਤੇ ਜਾਣਨਾ ਚਾਹੂੰਗਾ ਵੀ ਹੁਣ ਪਿੰਡ ਜਾਣ ਦਾ ਕਦੋਂ ਪਲਾਨ ਆ, ਤੇ ਇੱਥੇ ਹੁਣ ਤੁਸੀਂ ਕਿੰਨਾ ਦਿਨ ਹੋਰ ਸੇਵਾਵਾਂ ਨਿਭਾਓਗੇ? ਮੈਂ ਦੇਖੋ ਜੀ, ਆ ਪਹਿਲਾ ਮੇਰਾ ਇਹ ਟ੍ਰਿਪ ਰਹੂਗਾ ਜਿਹਦੇ 'ਚ ਮੈਂ ਪਿੰਡ ਜਾਣ ਦਾ ਪਲਾਨ ਨਹੀਂ ਬਣਾਇਆ, ਕਿਉਂਕਿ ਮੇਰੇ ਕੋਲ 5 ਦਿਨ ਦੀ ਛੁੱਟੀ ਸੀ ਅਤੇ ਮੈਂ 5 ਦੇ 5 ਦਿਨ ਇੱਥੇ ਲਾ ਕੇ ਜਾਊਂਗਾ। ਮੈਂ ਉੱਥੇ ਪਹੁੰਚੂੰਗਾ ਘੰਟਾ ਪਹਿਲਾਂ, ਜਦੋਂ ਕੰਮ ਜਾਣਾ ਪਊਗਾ ਮੈਨੂੰ ਸਾਰਾ ਮਿੰਟ ਸਾਰਾ ਘੰਟਾ ਜਿਹੜਾ ਮੇਰੇ ਕੋਲ, ਜਿਹੜੀ ਮੇਰੀ ਅਲਾਊਂਸ ਹੈਗੀ ਹੈ ਜਿਹਦੇ 'ਚ ਮੈਂ ਇੱਥੇ ਬਹਿ ਸਕਦਾ, ਮੈਂ ਇੱਥੇ ਬਹਿ ਕੇ ਜਾਊਂਗਾ। ਦੂਜੀ ਗੱਲ, ਜੇ ਇਹ 2-3 ਮਹੀਨੇ ਹੋਰ ਚੱਲਦਾ ਹੈ, ਜੋ ਕਿ ਚੱਲੂਗਾ ਕਿਉਂਕਿ ਅਸੀਂ ਤਾਂ ਹਟਣਾ ਨਹੀਂ, ਅਤੇ ਜੇ ਮੇਰੀ ਛੁੱਟੀ ਫੇਰ ਆ ਗਈ ਮੈਂ ਫੇਰ ਵਾਪਸ ਆਊਂਗਾ। 6 ਮਹੀਨੇ ਚੱਲਿਆ, ਜੇ ਮੇਰੀ ਛੁੱਟੀ ਫੇਰ ਆਈ ਮੈਂ ਫੇਰ ਵਾਪਸ ਆਊਂਗਾ। ਮੈਂ ਹਟਦਾ ਨਹੀਂ, ਸਾਰੇ ਨਹੀਂ ਹਟਦੇ ਇੱਥੋਂ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਤਾਂ ਇਹ ਸਨ ਅਨੰਤ ਰੰਧਾਵਾ, ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਜਿਸ ਤਰ੍ਹਾਂ ਸਟਾਰਟਿੰਗ ਜ਼ਿਕਰ ਕੀਤਾ ਕਿ USA ਦੀ ਫਲਾਈਟ ਫੜ ਕੇ ਸਿੱਧਾ ਇਹ ਧਰਨੇ 'ਚ ਪਹੁੰਚੇ ਨੇ, ਤਾਂ ਇਹਨਾਂ ਦਾ ਜਜ਼ਬਾ ਵੇਖ ਸਕਦੇ ਹੋ। ਉਹਨਾਂ ਦਾ ਕਹਿਣਾ ਕਿ 5 ਦਿਨ ਮੈਨੂੰ ਛੁੱਟੀ ਮਿਲੀ ਆ ਤੇ ਉਹ ਧਰਨੇ ਦੇ ਵਿੱਚ ਹੋਣਗੇ, ਜੇ ਇਸ ਤੋਂ ਬਾਅਦ ਵੀ ਕੋਈ ਛੁੱਟੀ ਮਿਲੀ ਤਾਂ ਉਹ ਫਿਰ ਮੁੜ ਕੇ ਧਰਨੇ ਦੇ ਵਿੱਚ ਹੋਣਗੇ। ਕੈਮਰਾਮੈਨ ਪਰਵਿੰਦਰ ਦੇ ਨਾਲ ਮੈਂ ਜਗਵੰਤ, ਜਗਬਾਣੀ TV, ਦਿੱਲੀ।